ਜਲੰਧਰ ਦੇ ਸਟੂਡੈਂਟ ਦੇ ਹੱਕ ਵਿੱਚ ਖੜਨ ਵਾਲੇ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਨਵਦੀਪ ਤੇ ਪਿਛਲੇ ਦਿਨੀ ਹਮਲਾ ਹੋਇਆ। ਹੁਣੇ-ਹੁਣੇ ਉਹ ਸਿਵਲ ਹਸਪਤਾਲ ਤੋਂ ਘਰ ਆਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਨਵਦੀਪ, ਪਹਿਲਾਂ ਦੱਸੋ ਉਸ ਦਿਨ ਵਾਰਦਾਤ ਵਾਲੇ ਦਿਨ ਹੋਇਆ ਕੀ ਸੀ? ਸਭ ਤੋਂ ਪਹਿਲਾਂ ਤਾਂ ਜੀ ਬਹੁਤ-ਬਹੁਤ ਧੰਨਵਾਦ। ਤੇ ਅੱਜ ਥੋੜ੍ਹਾ ਜਿਹਾ ਖੁਸ਼ੀ ਦਾ ਮੌਕਾ ਵੀ ਆ ਕਿ ਘਰ ਵਾਪਸੀ ਆਉਣ ਦਾ ਜਿਹੜਾ ਹੈ ਪਰਤੇ ਆ। ਤੇ ਦਰਅਸਲ ਜੇ ਗੱਲ ਕਰੀਏ ਕਿ ਉਸ ਦਿਨ ਹੋਇਆ ਕੀ, ਇਹ ਬੜੇ ਇੱਕ ਵੱਡੇ ਸੰਦਰਭ ਦੀ ਗੱਲ ਆ ਕਿ ਮੇਰਾ ਅਗਲੇ ਦਿਨ ਯਾਨੀ ਕਿ ਸ਼ਨੀਵਾਰ ਨੂੰ, ਪਿਛਲੇ ਸ਼ਨੀਵਾਰ ਮੇਰਾ ਜਿਹੜਾ ਐਗਜ਼ਾਮ ਆ PCS ਦਾ ਸੀਗਾ, ਪੰਜਾਬ ਸਿਵਲ ਸਰਵਿਸਿਜ਼ ਦਾ। ਪਟਿਆਲੇ ਮੈਂ ਜਾਣਾ ਸੀ, ਉਹਦਾ ਮੈਂ ਰੋਲ ਨੰਬਰ ਕਢਾਉਣ ਲਈ ਜਿਹੜਾ ਰਾਮਾ ਮੰਡੀ ਜਾ ਰਿਹਾ, ਰਾਮਾ ਮੰਡੀ ਤੋਂ ਵਾਪਸ ਆਇਆ, ਘਰ ਨੂੰ ਆ ਰਿਹਾ ਸੀ। ਔਰ ਰਾਸਤੇ ਦੇ ਵਿੱਚ ਹੀ ਕੁਛ ਜਿਹੜੇ ਅਣਪਛਾਤੇ ਲੋਕ ਆ, ਜਾਂ ਕਹਿ ਲਈਏ ਕਿ ਕੁਝ ਏਜੰਸੀਆਂ ਦੇ ਸਪੋਂਸਰਡ ਲੋਕ ਹੋਰ ਹੋਣਗੇ, ਔਰ ਉਹਨਾਂ ਨੇ ਮੇਰੇ ਉੱਤੇ ਜਿਹੜਾ ਆ ਅਚਨਚੇਤ ਬੈਕ ਤੋਂ ਮੇਰੇ ਹਮਲਾ ਕਰ ਦਿੱਤਾ ਤੇਜ਼ ਧਾਰਦਾਰ ਹਥਿਆਰਾਂ ਦੇ ਨਾਲ। ਔਰ ਹਮਲਾ ਇੰਨਾ ਗੰਭੀਰ ਸੀਗਾ ਕਿ ਜਿਹਦੇ ਵਿੱਚ ਮੇਰਾ ਜਿਹੜਾ ਇੱਕ ਹੱਥ ਆ ਉਹ ਪੂਰੀ ਤਰ੍ਹਾਂ ਫ੍ਰੈਕਚਰ ਹੋ ਗਿਆ, ਔਰ ਮੇਰੇ ਪਿੱਠ ਔਰ ਧੌਣ 'ਤੇ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ। ਔਰ ਇਨ ਬਿਟਵੀਨ ਮਹੱਲਾ ਨਿਵਾਸੀਆਂ ਨੇ ਜਿਹੜਾ ਬਚਾਓ ਕੀਤਾ, ਔਰ ਬਚਾਅ ਕਰਨ ਦੇ ਨਾਲ ਹੀ ਜਿਹੜਾ ਆ ਮੇਰੀ ਉਦੋਂ ਜਾਨ ਜਿਹੜੀ ਆ ਬਚ ਸਕੀ ਆ। ਅਤੇ ਕਿਉਂਕਿ ਉਹ ਲੋਕ ਬੜੇ ਹੀ ਜਿਹੜਾ ਆ ਗੰਭੀਰਤਾ ਨਾਲ ਆਏ ਸੀਗੇ, ਔਰ ਉਹਨਾਂ ਦਾ ਇੱਕ ਨਿਸ਼ਾਨਾ ਸੀਗਾ ਵੀ ਹੋ ਸਕਦਾ ਵੀ ਉਹ ਮੈਨੂੰ ਮਾਰਨ ਦੇ ਇਰਾਦੇ ਨਾਲ ਆਏ ਹੋਣ। ਔਰ ਉਹਨਾਂ ਨੇ ਇੰਨਾ ਵੀ ਮਤਲਬ ਕਿ ਤਿੱਖੇ ਤਰੀਕੇ ਨਾਲ ਹਮਲਾ ਕੀਤਾ, ਧਾਰਦਾਰ ਉਹਨਾਂ ਦੇ ਕੋਲ ਹਥਿਆਰ ਸੀਗੇ, ਔਰ ਘੱਟੋ ਘੱਟ ਗਿਣਤੀ ਉਹਨਾਂ ਦੀ 20 ਤੋਂ 25 ਦੇ ਵਿੱਚ ਸੀਗੀ। ਔਰ ਜੇਕਰ ਗੱਲ ਕਰਾਂ ਕਿ ਉਹਨਾਂ ਦੇ ਹਮਲੇ ਦੇ ਵਿੱਚ ਮੈਂ ਬੜੀ ਆਪਣੀ ਜਿਹੜੀ ਆ ਜੇ ਕਹੀਏ ਸੂਝ-ਬੂਝ ਦੇ ਨਾਲ ਬਚਣ ਦੀ ਕੋਸ਼ਿਸ਼ ਵੀ ਕੀਤੀ ਆ, ਜਿਹਦੇ ਸਿੱਟੇ ਵਜੋਂ ਪਰਮਾਤਮਾ ਦੀ ਕਿਰਪਾ ਰਹੀ ਆ ਕਿ ਮੇਰੇ ਜਿਹੜਾ ਆ ਜਾਨ ਤਾਂ ਮੇਰੀ ਨਹੀਂ ਬਚ ਗਈ ਆ, ਪਰ ਮੇਰੇ ਸੱਟਾਂ ਬੜੀਆਂ ਗੰਭੀਰ ਲੱਗੀਆਂ ਆ। ਅਤੇ ਇਹਦੇ ਹਮਲੇ ਦੇ ਕਾਰਨ ਪੁਲਿਸ ਜਿਹੜੀ ਆ ਜਾਂਚ ਕਰ ਰਹੀ ਆ, ਅਤੇ ਬਾਕੀ ਦੇਖਦੇ ਇਹਦੇ ਵਿੱਚ ਕੀ ਸਿੱਟਾ ਨਿਕਲਦਾ। ਕਿੱਥੇ-ਕਿੱਥੇ ਸੱਟਾਂ ਲੱਗੀਆਂ ਨੇ ਤੁਹਾਡੇ? ਸੱਟ ਦੇਖੋ, ਮੇਰਾ ਆਹ ਜਿਹੜਾ ਗੁੱਟ ਆ ਪੂਰੀ ਤਰ੍ਹਾਂ ਫ੍ਰੈਕਚਰ ਹੋ ਚੁੱਕਾ ਆ, 2 ਉਂਗਲਾਂ ਮੇਰੀਆਂ ਟੁੱਟੀਆਂ ਆ ਅਤੇ 2 ਜਗ੍ਹਾ ਗੁੱਟ 'ਤੇ ਫ੍ਰੈਕਚਰ ਆ। ਅਤੇ ਜਿਹੜਾ ਮੇਰੀ ਪਿੱਠ ਆ ਨਾ, ਉਹ ਬੜੀ ਮਤਲਬ ਕਿ ਜਿਹੜਾ ਉਹਦੇ 'ਤੇ ਮਾਰਿਆ ਗਿਆ ਉਹਨਾਂ ਨੇ, ਰੋਡ ਵਗੈਰਾ ਜੋ ਉਹਨਾਂ ਨੇ ਮਾਰੀ ਸੀਗੀ, ਅਤੇ ਉਹਦੇ ਨਾਲ ਮੇਰੀ ਜਿਹੜੀ ਪਿੱਠ ਆ ਉਹ ਵੀ ਬੜੀ ਤਰੀਕੇ ਨਾਲ ਜ਼ਖਮੀ ਹੋਈ ਪਈ ਆ। 2 ਮੁੰਡੇ APJ ਕਾਲਜ ਦੇ ਵੀ ਦੱਸੇ ਜਾ ਰਹੇ ਨੇ। ਤੁਸੀਂ ਲਗਾਤਾਰ ਯੂਨੀਵਰਸਿਟੀ ਕਾਲਜਾਂ ਦੇ ਬਾਹਰ ਧਰਨੇ ਲਗਾਉਂਦੇ ਰਹਿੰਦੇ ਹੋ, ਕੀ ਕਾਰਨ ਤੁਹਾਨੂੰ ਲੱਗਦਾ ਹੈ? ਦਰਅਸਲ ਇਹਦਾ ਨਾ ਸੰਦਰਭ ਜਿਹੜਾ ਆ ਕੁਛ ਵੀ ਹੋ ਸਕਦਾ। ਮੈਨੂੰ ਜਿਹੜੇ ਆ 2-3 ਖਦਸ਼ੇ ਹੈਗੇ ਆ, ਜਿਹੜੇ ਮੈਂ ਪੁਲਿਸ ਦੇ ਵੀ ਅੱਗੇ ਰੱਖੂੰਗਾ, ਜਨਤਾ ਦੇ ਅੱਗੇ ਵੀ ਤੁਹਾਡੇ ਮਾਧਿਅਮ ਰਾਹੀਂ ਰੱਖਦਾ ਹਾਂ ਕਿ ਪਿਛਲੇ 4 ਸਾਲ ਤੋਂ ਲਗਾਤਾਰ ਮੈਂ ਨਵਦੀਪ ਦਕੂਹਾ ਸਟੂਡੈਂਟ ਸੰਘਰਸ਼ ਮੋਰਚਾ, ਸਾਡੀ ਯੂਨੀਅਨ ਆ, ਉਹਦੇ ਮਾਧਿਅਮ ਤੋਂ ਅਸੀਂ ਜਿਹੜਾ ਆ ਸੰਘਰਸ਼ ਕਰ ਰਹੇ ਹਾਂ। ਪਹਿਲਾਂ ਸੀਗਾ ਡਾਕਟਰ ਭੀਮ ਰਾਓ ਅੰਬੇਡਕਰ ਪੋਸਟ ਮੈਟ੍ਰਿਕ ਸਕੋਲਰਸ਼ਿਪ ਸਕੀਮ ਦੇ ਉੱਤੇ, ਜਿਹਦੇ ਵਿੱਚ ਅਸੀਂ ਜਿਹੜਾ ਆ ਇੱਕ ਘਪਲੇ ਦਾ ਵੀ ਉਜਾਗਰ ਕੀਤਾ ਸੀ ਜਨਾਬ ਧਰਮਸੋਤ ਜੀ ਦੇ ਨਾਂ 'ਤੇ, ਸਾਧੂ ਸਿੰਘ ਧਰਮਸੋਤ ਜੀ, ਜਿਨ੍ਹਾਂ ਨੇ ਕਿ ਇੱਕ ਵੱਡਾ ਘਪਲਾ ਕੀਤਾ ਆ, ਔਰ ਘੁਟਾਲੇਬਾਜ਼ ਉਹ ਇਨਸਾਨ ਸਿੱਧ ਹੋਏ ਆ। ਔਰ ਉਹਨਾਂ ਦੇ ਘਪਲੇ ਤੋਂ ਬਾਅਦ ਵੀ ਸਾਨੂੰ ਜਿਹੜੇ ਆ ਧਮਕੀਆਂ ਪੱਤਰ ਜਿਹੜੇ ਆਉਣੇ ਸ਼ੁਰੂ ਹੋ ਗਏ ਸੀਗੇ, ਧਮਕੀਆਂ ਦੇਣੀਆਂ ਸ਼ੁਰੂ ਹੋ ਗਈਆਂ ਸੀ। ਉਦੋਂ ਬਾਅਦ 'ਚੋਂ ਪਿਛਲੇ ਦਿਨੀਂ ਇੱਕ ਮੁੱਦਾ ਚੱਲਿਆ ਔਨਲਾਈਨ ਅਤੇ ਔਫਲਾਈਨ ਐਗਜ਼ਾਮ ਦਾ। ਪਹਿਲਾਂ ਜਿਹੜੀ ਸਾਡੀ ਲੜਾਈ ਸੀਗੀ ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਤੱਕ ਸੀਮਿਤ ਸੀਗੀ, ਪਰੰਤੂ ਇਸ ਮਸਲੇ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਾਡਾ ਸਿੱਧਾ ਟਾਕਰਾ ਹੋਇਆ। ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜਦੋਂ ਅਸੀਂ ਗਏ ਹਾਂ, 6 ਵਾਰ ਗਏ ਹਾਂ, ਔਰ 6 ਵਾਰ ਹਜ਼ਾਰਾਂ ਦੀ ਤਾਦਾਦ ਵਿੱਚ ਵਿਦਿਆਰਥੀ ਇਕੱਠਾ ਹੋਇਆ। ਜਿੱਥੇ ਜਲੰਧਰ ਵਿੱਚ ਸਾਡੇ ਨਾਲ ਸੈਂਕੜੇ ਵਿਦਿਆਰਥੀ ਹੁੰਦੇ ਸੀਗੇ, ਉੱਥੇ ਹਜ਼ਾਰਾਂ ਵਿਦਿਆਰਥੀ ਇਕੱਠਾ ਹੋਣ ਲੱਗ ਪਿਆ। ਔਰ ਇੱਕ ਦਿਨ ਤਾਂ ਇੱਦਾਂ ਦਾ ਮਾਹੌਲ ਬਣ ਗਿਆ ਕਿ ਤਕਰੀਬਨ 10 ਤੋਂ 15 ਹਜ਼ਾਰ ਵਿਦਿਆਰਥੀ ਸਾਡੇ ਨਾਲ ਇਕੱਤਰਿਤ ਸੀਗਾ। ਅਸੀਂ ਉੱਥੇ ਇੱਕ ਰੋਡ ਮਾਰਚ ਕੀਤਾ, ਜਿਹਦੇ ਵਿੱਚ 2.5 ਕਿਲੋਮੀਟਰ ਤੱਕ ਲੰਬੇ ਵਿਦਿਆਰਥੀ ਹੀ ਵਿਦਿਆਰਥੀ ਸਨ। ਔਰ ਇਹੀ ਜਿਹੜੀ ਆ ਉੱਥੇ ਸਾਡੇ ਨਾਲ ਲੜਾਈ ਜਿਹੜੀ ਆ ਆਪਣੇ ਹੋਰ ਜਿਹੜੀਆਂ ਯੂਨੀਅਨਾਂ, ਵਿਰੋਧੀ ਯੂਨੀਅਨਾਂ, ਉਹਨਾਂ ਦੇ ਨਾਲ ਸੀਗੀ। ਸਿੱਧੀ ਲੜਾਈ ਦੇਖਿਆ NSUI ਅਤੇ ABVP ਨਾਲ ਸੀਗੀ। ਔਰ ਉਹਨਾਂ ਦਾ ਹੋ ਸਕਦਾ ਆ ਕਿ ਸਰਕਾਰਾਂ ਨੇ ਇਹ ਜਿਹੜਾ ਆਪਣਾ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਇੱਕ ਜੋ ਜੈਨੂਅਨ ਲੀਡਰਸ਼ਿਪ ਉੱਠ ਰਹੀ ਆ। ਮੈਂ ਦੇਖ ਰਿਹਾ ਸੀ ਕਿ 1984 ਤੋਂ ਬਾਅਦ ਕੋਈ ਇਲੈਕਸ਼ਨ ਨਹੀਂ ਹੋਇਆ, ਵਿਦਿਆਰਥੀਆਂ ਦੇ ਵਿੱਚ ਕੋਈ ਇਹਨਾਂ ਨੇ ਜਿਹੜਾ ਆਪਣੇ ਇੱਕ ਰਾਜਨੀਤਿਕ ਚੇਤਨਤਾ ਨਹੀਂ ਸੀਗੀ। ਇਹ ਬਹੁਤ ਸਮੇਂ ਬਾਅਦ ਵਿਦਿਆਰਥੀ ਆਪਣੇ ਹੱਕਾਂ ਅਧਿਕਾਰਾਂ ਦੇ ਲਈ ਉੱਠੇ ਸੀਗੇ, ਔਰ ਵਿਦਿਆਰਥੀਆਂ ਦੇ ਹੱਕ ਅਧਿਕਾਰ ਮੇਰਾ ਖਿਆਲ ਦਬਾਉਣ ਦੇ ਲਈ ਵੀ ਹੋ ਸਕਦਾ, ਮੇਰਾ ਖਦਸ਼ਾ ਆ ਵੀ ਇਹ ਜਿਹੜਾ ਆ ਕੰਮ ਉਹ ਕਰਵਾਇਆ ਗਿਆ ਹੋਵੇ। ਪਰੰਤੂ ਜਿਹੜਾ ਪੁਲਸੀਆ ਕਾਰਵਾਈ ਆ ਉਹਦੇ ਵਿੱਚ 3 ਜਿਹੜੇ ਆ ਵਿਦਿਆਰਥੀ ਗ੍ਰਿਫਤਾਰ ਹੋਏ APJ ਕਾਲਜ ਦੇ। ਇਹਦੇ ਵਿੱਚ ਇੱਕ ਸੰਦਰਭ ਹੋਰ ਵੀ ਆ ਕਿ APJ ਕਾਲਜ ਜਿਹੜਾ ਆ, ਜ਼ਾਹਿਰ ਜੀ ਗੱਲ ਆ ਕਿ APJ ਕਾਲਜ ਇੱਕ ਵਾਹਦ ਐਸਾ ਕਾਲਜ ਆ ਜਿਹੜਾ ਖੁਦ ਜਿਹੜਾ ਆ ਆਪਣੇ ਵਿਦਿਆਰਥੀਆਂ ਦੀ ਸਕੋਲਰਸ਼ਿਪ ਵੀ ਭਰ ਰਿਹਾ, 80 ਵਿਦਿਆਰਥੀਆਂ ਦੀ, ਔਰ ਉਹਨਾਂ ਤੋਂ ਪੂਰੀ ਫੀਸ ਵੀ ਲੈ ਰਿਹਾ ਆ। ਹੋ ਸਕਦਾ ਹੈ ਜੇ ਇਹ ਕਾਲਜ ਮੈਨੇਜਮੈਂਟਾਂ ਦਾ ਵੀ ਹੋ ਸਕਦਾ ਇਹਦੇ ਵਿੱਚ ਹੱਥ ਹੋਵੇ, ਜਾਂ ਜਿਨ੍ਹਾਂ ਦੇ ਖਿਲਾਫ ਅਸੀਂ ਲੜ ਰਹੇ ਹਾਂ, ਸ਼ੁਰੂ ਤੋਂ ਲੜ ਰਹੇ ਹਾਂ, ਵੀ ਉਹਨਾਂ ਦਾ ਵੀ ਇਹਦੇ ਵਿੱਚ ਹੋ ਸਕਦਾ। ਪਰੰਤੂ ਜੇ ਮੈਂ ਕਹਾਂ ਵੀ ਮੈਂ ਐਗਜ਼ੈਕਟਲੀ ਦੱਸ ਸਕਦਾ ਹਾਂ, ਤਾਂ ਫਿਰ ਇਹਦੇ ਵਿੱਚ ਇੰਨਾ ਪੋਸੀਬਲ ਨਹੀਂ ਹੋਊਗਾ। ਇਹ ਤਾਂ ਜਿਹੜਾ ਆ ਜਾਂਚ ਦੇ ਦਾਇਰੇ ਦੇ ਵਿੱਚ ਆ,
ਦੇਖਦੇ ਹਾਂ ਫਿਰ ਇਹਦੇ ਵਿੱਚ ਕੀ ਜਿਹੜਾ ਆ ਉਹ ਪੁਲਿਸ ਕੱਢਦੀ ਆ, ਔਰ ਜਾਂ ਫਿਰ ਇਹਦੇ ਵਿੱਚ ਕੋਈ ਹੋਰ ਜਿਹੜਾ ਕਿਸੇ ਦਾ ਹੱਥ ਆ ਉਹ ਨਿਕਲਦਾ ਆ। ਤੁਹਾਡੇ ਯੂਨੀਅਨ ਮੈਂਬਰਾਂ ਵੱਲੋਂ ਕਿਹਾ ਗਿਆ ਸੀ ਜਲੰਧਰ ਦੇ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਜੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੁੰਦੀ। ਦਰਅਸਲ ਗੱਲ ਇੱਦਾਂ ਜੀ, ਯੂਨੀਅਨ ਦੇ ਵਿੱਚ ਕਿਉਂਕਿ ਮੈਂ ਇੱਕ ਮੁੱਖ ਸੰਸਥਾਪਕ ਵੀ ਹਾਂ ਔਰ ਐਜ਼ ਏ ਇੱਕ ਲੀਡਰ ਲੀਡ ਵੀ ਕਰ ਰਿਹਾ, ਮੈਂ ਵਿਦਿਆਰਥੀਆਂ ਨਾਲ ਸਲਾਹ ਕਰਕੇ ਇੱਕੋ ਹੀ ਗੱਲ ਕਹੀ ਸੀ ਕਿ ਆਪਾਂ ਜਿਹੜਾ ਆ ਪੁਲਿਸ ਨੂੰ ਥੋੜ੍ਹਾ ਸਮਾਂ ਦਈਏ, ਉਹਨਾਂ ਨੂੰ ਸਮਾਂ ਦਈਏ 7-8 ਦਿਨ ਦਾ, ਤਾਂ ਕਿ ਉਹਨਾਂ ਨੂੰ ਇਹ ਕਹਿਣ ਦਾ ਮੌਕਾ ਨਾ ਮਿਲੇ ਕਿ ਅਸੀਂ ਜਿਹੜਾ ਆ ਸਾਨੂੰ ਕਾਰਵਾਈ ਲਈ ਸਮਾਂ ਨਹੀਂ ਦੇ ਰਹੇ ਜਾਂ ਸਾਡੀ ਕਾਰਵਾਈ 'ਚ ਵਾਧਾ ਪਾ ਰਹੇ ਆ, ਜੋ ਵੀ ਆ ਉਹਨਾਂ ਨੂੰ ਆਪਾਂ ਸਮਾਂ ਜਿਹੜਾ ਆ ਪੂਰਾ ਦੇ ਰਹੇ ਹਾਂ। ਔਰ ਕੱਲ੍ਹ ਸ਼ਨੀਵਾਰ ਆ ਅਤੇ ਪਰਸੋਂ ਐਤਵਾਰ ਉਹ ਵੀ ਸਮਾਂ ਦੇਵਾਂਗੇ, ਸੋਮਵਾਰ ਤੋਂ ਨਹੀਂ ਤਾਂ ਫਿਰ ਵਿਦਿਆਰਥੀ ਸੜਕਾਂ 'ਤੇ ਉਤਰਨਗੇ। ਠੀਕ ਹੈ, ਉਹਦੇ 'ਤੇ ਸਲਾਹ ਸਾਡੀ ਜਿਹੜੀ ਆ ਬਣ ਰਹੀ ਆ। ਪਰੰਤੂ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਕਹਿੰਦਾ, ਮੈਂ ਬਾਏ ਪੋਸਟ ਆਪਣਾ ਸੋਸ਼ਲ ਮੀਡੀਆ ਰਾਹੀਂ ਵੀ ਕਿਹਾ ਕਿ ਜਲੰਧਰ ਤੋਂ ਇਲਾਵਾ ਬਾਕੀ ਜਿੰਨੇ ਵੀ ਪੰਜਾਬ ਵਿੱਚ ਸਾਡੇ ਵਿੰਗ ਆ, ਜਿੰਨੇ ਕਾਲਜਸ ਹੈਗੇ ਆ, ਜੋ ਵਿਦਿਆਰਥੀ ਹੈਗੇ ਆ, ਉਹ ਸ਼ਾਂਤ ਰਹਿਣ। ਉਹਨਾਂ ਨੂੰ ਕੋਈ ਵੀ ਇਸ ਵਿੱਚ ਜਿਹੜੀ ਪਾਰਟੀਸਪੇਟ ਕਰਨ ਦੀ ਹੱਲੇ ਲੋੜ ਨਹੀਂ ਹੈਗੀ। ਜਿਸ ਦਿਨ ਜ਼ਰੂਰਤ ਹੋਊਗੀ ਮੈਂ ਖੁਦ ਤੁਹਾਨੂੰ ਕਹੂੰਗਾ, ਉਸ ਦਿਨ ਮਦਦ ਲਈ ਆਇਓ। ਸ਼ਾਂਤੀ ਬਣਾਈ ਰੱਖੋ ਕਿਉਂਕਿ ਐਗਜ਼ਾਮਸ ਦਾ ਸਮਾਂ ਆ, ਵਿਦਿਆਰਥੀਆਂ ਦੇ ਪੇਪਰ ਦਾ ਸਮਾਂ, ਉਹਨਾਂ ਦੇ ਪੜ੍ਹਨ ਦਾ ਸਮਾਂ ਆ। ਔਰ ਮੈਂ ਇਹ ਚਾਹੁੰਦਾ ਕਿ ਉਹ ਵਿਦਿਆਰਥੀ ਪੜ੍ਹਨ, ਆਪਣੀ ਪੜ੍ਹਾਈ, ਆਪਣੇ ਐਗਜ਼ਾਮ ਦੇਣ, ਕਿਉਂਕਿ ਲੜਾਈ ਇਹਨਾਂ ਦੀ ਆ, ਸਾਡੀ ਐਗਜ਼ਾਮਾਂ ਦੀ ਲੜਾਈ ਆ, ਲੜਾਈ ਸਾਡੀ ਐਜੂਕੇਸ਼ਨ ਦੀ ਆ। ਦਰਅਸਲ ਜੇ ਮੈਂ ਗੱਲ ਕਰਾਂ ਕਿ ਸਾਡਾ ਮਸਲੇ ਜਦੋਂ ਅਸੀਂ ਹੁਣ ਚੱਕੇ ਆ, ਅਸੀਂ ਕਿਹਾ ਸੀ ਵੀ ਅਸੀਂ 3 ਜਿਹੜਾ ਮਸਲਿਆਂ 'ਤੇ ਲੜਾਈ ਲੜਾਂਗੇ। ਸਭ ਤੋਂ ਪਹਿਲਾਂ ਹੋਊਗਾ ਫ੍ਰੀ ਐਜੂਕੇਸ਼ਨ ਆਫ ਆਲ, ਫ੍ਰੀ ਐਜੂਕੇਸ਼ਨ ਫਾਰ ਆਲ। ਦੂਸਰਾ ਮਸਲਾ ਹੋਊਗਾ ਇੰਪਲੋਇਮੈਂਟ ਦਾ, ਰੋਜ਼ਗਾਰ ਦਾ। ਅਸੀਂ ਕਿਹਾ ਸੀ ਰੋਜ਼ਗਾਰ ਗਰੰਟੀ ਯੋਜਨਾ ਅਸੀਂ ਲੈ ਕੇ ਆਵਾਂਗੇ, ਸਰਕਾਰ ਨੂੰ ਕਵਾਂਗੇ ਲੈ ਕੇ ਆਓ ਵੀ ਜੇਕਰ ਤੁਸੀਂ ਵਿਦਿਆਰਥੀ ਨੂੰ ਐਲੀਜੀਬਿਲਟੀ ਦੇ ਹਿਸਾਬ ਨਾਲ ਕਿਸੇ ਵੀ ਬੰਦੇ ਨੂੰ ਰੋਜ਼ਗਾਰ ਨਹੀਂ ਦਿੰਦੇ ਤਾਂ ਰੋਜ਼ਗਾਰ ਗਰੰਟੀ ਯੋਜਨਾ ਦੇ ਅਧੀਨ ਉਹਨਾਂ ਨੂੰ ਭੱਤਾ ਵੀ ਦਿਓਗੇ ਤੁਸੀਂ, ਇਹ ਲਿਆਉਣ ਦੀ ਸੀ। ਤੀਜਾ ਸਾਡਾ ਸੀਗਾ ਵੀ ਜਿਹੜੀ ਪ੍ਰਾਈਵੇਟਲਾਈਜੇਸ਼ਨ ਇੰਨੀ ਹੋਈ ਜਾ ਰਹੀ ਆ, ਇੰਨਾ ਤੁਸੀਂ ਜਿਹੜਾ ਪ੍ਰਾਈਵੇਟਲਾਈਜੇਸ਼ਨ ਕਰੀ ਜਾ ਰਹੇ ਆ, ਉਹਦੇ ਵਿੱਚ ਰਿਜ਼ਰਵੇਸ਼ਨ ਨੂੰ ਖਤਮ ਕਰੀ ਜਾ ਰਹੇ ਆ। ਤੀਸਰਾ ਮੁੱਦਾ ਸਾਡਾ ਇਹ ਸੀਗਾ, ਅਤੇ ਮੇਰਾ ਇਹ ਵੀ ਖਦਸ਼ਾ ਆ ਵੀ ਹੋ ਸਕਦਾ ਜਿਹੜਾ ਆ ਆਪਣੇ ਇਹ ਸਰਕਾਰਾਂ ਇਸ ਮਸਲੇ ਨੂੰ ਜਿਹੜਾ ਅੱਗੇ ਨਾ ਵਧਣ ਦੇਣਾ ਚਾਹੁੰਦੀਆਂ ਹੋਣ ਤਾਂ ਇਹਦੇ ਵਿੱਚ ਕਰ ਦਿੱਤਾ ਹੋਵੇ, ਉਹਨਾਂ ਨੇ ਅਟੈਕ ਜਿਹੜਾ ਕਰਵਾਇਆ ਜੇ ਹੋਵੇ। ਇਹ ਜਿਹੜਾ ਜਾਂਚ ਦੇ ਅਧੀਨ ਆ ਵਿਸ਼ਾ, ਮੇਰੀ ਜਿਹੜੀ ਆ ਸਰਕਾਰ ਨੂੰ ਵੀ ਇਹੀ ਮੰਗ ਆ ਵੀ ਜੇ ਤੁਸੀਂ ਸਾਫ਼ ਔਰ ਸਪਸ਼ਟ ਛਵੀ ਦੇ ਮਾਲਕ ਹੈਗੇ ਆ ਤਾਂ ਫਿਰ ਇਹਦੇ 'ਤੇ SIT ਬਿਠਾਓ, ਹਾਈ ਕੋਰਟ ਦੀ ਜਿਹੜੇ ਆ ਜੱਜ ਦੇ ਨਿਗਰਾਨੀ ਦੇ ਅਧੀਨ SIT ਜਾਂਚ ਕਰੇ, ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲੇ। ਕਿਉਂਕਿ ਜੇਕਰ ਤੁਸੀਂ ਹੱਕਾਂ ਅਧਿਕਾਰਾਂ ਦੀ, ਸੰਵਿਧਾਨ ਦੀ ਲੜਾਈ ਨੂੰ ਹਥਿਆਰਾਂ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਇਹ ਲੜਾਈਆਂ ਦੱਬਣਗੀਆਂ ਨਹੀਂ, ਇਹਨਾਂ ਨੂੰ ਚੰਗਿਆਰੀ ਮਿਲੂਗੀ, ਇਹਨਾਂ ਨੂੰ ਬਲ ਮਿਲੂਗਾ। ਅਤੇ ਇਹ ਬਲ ਤੁਸੀਂ ਵਿਦਿਆਰਥੀ ਜਿਹੜੇ ਨੌਜਵਾਨ ਹੁੰਦਾ ਆ, ਬੜਾ ਉਹਨਾਂ ਦੇ ਵਿੱਚ ਜੋਸ਼ ਹੁੰਦਾ ਆ, ਵਿਦਿਆਰਥੀ ਜਿਹੜਾ ਆ ਮਿੰਟਾਂ ਦੇ ਵਿੱਚ ਉਗਰ ਹੋ ਸਕਦਾ ਆ। ਅਸੀਂ ਕਹਿੰਦੇ ਹਾਂ ਵੀ ਉਹਨਾਂ ਦੀ ਐਨਰਜੀ ਨੂੰ, ਉਹਨਾਂ ਦੀ ਜਿਹੜੀ ਆ ਉਹਨਾਂ ਦੀ ਊਰਜਾ ਆ, ਉਹਨੂੰ ਆਪਾਂ ਸਹੀ ਪਾਸੇ ਲਗਾਈਏ। ਉਹਨਾਂ ਨੂੰ ਅਸੀਂ ਧਰਨੇ ਪ੍ਰਦਰਸ਼ਨਾਂ ਵਿੱਚ ਨਾ ਲਗਾਈਏ, ਉਹਨਾਂ ਨੂੰ ਜਿਹੜਾ ਆ ਇਹੋ ਜਿਹੇ ਮੌਕਿਆਂ 'ਚ ਨਾ ਉਲਝਾਈਏ। ਠੀਕ ਹੈ ਜੀ, ਨਸ਼ੇ ਦਾ ਪ੍ਰਸਾਰ ਇੰਨਾ ਆ, ਔਰ ਉਸ ਦਿਨ ਜੋ ਬੰਦੇ ਫੜੇ ਗਏ ਆ ਉਹ ਵੀ ਤੁੰਨ ਸੀਗੇ ਨਸ਼ੇ ਦੇ ਵਿੱਚ ਪੂਰੀ ਤਰ੍ਹਾਂ। ਕਿਉਂਕਿ ਇੱਕ ਜੇਕਰ ਉਹ ਆਪਣੇ ਆਪ ਨੂੰ ਵਿਦਿਆਰਥੀ ਕਹਾਉਂਦੇ ਆ, ਜੇਕਰ ਵਾਕਈ ਉਹ ਜੈਨੂਅਨ ਵਿਦਿਆਰਥੀ ਹੁੰਦੇ ਤਾਂ ਅਸੀਂ ਵਿਦਿਆਰਥੀਆਂ ਦੀ ਲੜਾਈ ਜੈਨੂਅਨਲੀ ਲੜਦੇ ਹਾਂ, ਤਾਂ ਉਹ ਸਾਡੇ 'ਤੇ ਹਮਲਾ ਕਰਨਾ ਆਉਂਦੇ। ਉਹ ਇੱਕੋ ਹੀ ਗੱਲ ਹਮਲਾ ਕਰਦੇ ਹੋਏ ਕਹਿ ਰਹੇ ਸੀ ਕਿ ਤੈਨੂੰ ਕੈਪਟਨ ਦੇ ਡਿਸੀਜਨ ਤੋਂ ਕੀ ਪ੍ਰੋਬਲਮ ਆ। ਬਾਰ-ਬਾਰ ਇੱਕੋ ਹੀ ਗੱਲ ਕਹਿ ਰਹੇ, ਕੈਪਟਨ ਦੇ ਡਿਸੀਜਨ ਤੋਂ ਤੈਨੂੰ ਕੀ ਪ੍ਰੋਬਲਮ ਆ, ਤੂੰ ਵੱਡਾ ਐਸੀਆਂ ਦਾ ਮਸੀਹਾ ਬਣਿਆ ਫਿਰਦਾ ਆ, ਅੱਜ ਤੈਨੂੰ ਦੱਸ ਕੇ ਜਾਂਦੇ ਆ, ਤੈਨੂੰ ਸਬਕ ਸਿਖਾ ਕੇ ਜਾਵਾਂਗੇ। ਇਹੀ ਗੱਲਾਂ ਮਤਲਬ ਕਿ ਬਹੁਤ ਮਤਲਬ ਕਿ ਨਾ ਜਿਹੜੇ ਡਿਫਰੈਂਟ ਜਿਹੇ ਵਰਡ ਉਹ ਬੋਲਣ ਡੇ ਸੀ, ਕੁਛ ਜੋ ਗਾਲਾਂ ਉਹ ਕੱਢ ਰਹੇ ਕਿ ਮੈਂ ਦੱਸ ਵੀ ਨਹੀਂ ਸਕਦਾ ਵੀ ਕੀ। ਸਾਡੀ ਕੋਈ ਕਿਸੇ ਨਾਲ ਪਰਸਨਲ ਦੁਸ਼ਮਣੀ, ਨਿੱਜੀ ਦੁਸ਼ਮਣੀ ਹੈ ਹੀ ਨਹੀਂ। ਮੇਰੀ ਅੱਜ ਤੱਕ ਕਿਸੇ ਨਾਲ ਕੋਈ ਲੜਾਈ ਹੋਈ ਨਹੀਂ। ਅਸੀਂ ਕਿਉਂਕਿ ਆਪਣੇ ਨਿੱਜੀ ਹਿੱਤਾਂ ਦੀ ਲੜਾਈ ਨਹੀਂ ਲੜਦੇ। ਔਰ ਮੈਂ ਇਸੇ ਕਰਕੇ ਵਿਦਿਆਰਥੀਆਂ ਨੂੰ ਘਰੇ ਰਹਿਣ ਦੀ ਵੀ ਅਪੀਲ ਕਰਦਾ ਹੁੰਦਾ ਹਾਂ। ਔਰ ਬਹੁਤ ਉੱਥੇ ਹੋਸਪਿਟਲ ਵੀ ਭਰਿਆ ਪਿਆ ਸੀ ਵਿਦਿਆਰਥੀਆਂ ਨੂੰ, ਉਹਨਾਂ ਨੂੰ ਵੀ ਅਪੀਲ ਕੀਤੀ ਸੀ ਕੋਈ ਨਹੀਂ ਵੀ ਜਿਹਨੇ ਮਿਲਣਾ ਨਾ ਘਰੇ ਆਇਓ, ਵੀ ਆਪਾਂ ਇਸ ਜਿਹੜਾ ਹੋਸਪਿਟਲ ਦਾ ਮਾਹੌਲ ਨਹੀਂ ਖ਼ਰਾਬ ਕਰਨਾ। ਅਤੇ ਦੂਜੀ ਗੱਲ ਆ, ਕਿਉਂਕਿ ਮੈਂ ਪਰਸਨਲ ਹਿੱਤਾਂ ਲਈ ਆਪਣੇ ਵਿਦਿਆਰਥੀਆਂ ਦਾ ਕਦੇ ਵੀ ਵਰਤੋਂ ਨਹੀਂ ਕਰਦਾ। ਸਾਡੀ ਲੜਾਈ ਆ, ਇਹ ਅਸੀਂ ਲੜਾਂਗੇ। ਔਰ ਸਰਕਾਰਾਂ ਜਾਂ ਹੋਰ ਪ੍ਰਸ਼ਾਸਨ ਨੇ ਜਿੰਨਾ ਜ਼ੋਰ ਲਾਉਣਾ ਵਿਦਿਆਰਥੀਆਂ ਦੀ ਲੜਾਈ ਨੂੰ ਦਬਾਉਣ ਲਈ ਲਾ ਲੈਣ, ਪਰ ਇਹ ਲੜਾਈ ਹੁਣ ਜਿਹੜੀ ਆ ਇਹ ਹੁਣ ਦੱਬ ਕੇ ਨਹੀਂ ਰਹੂਗੀ। ਕਿਉਂਕਿ ਕਹਿੰਦੇ ਵੀ ਜਬ ਜਬ ਜ਼ੁਲਮੀ ਜ਼ੁਲਮ ਕਰੇਗਾ ਸੱਤਾ ਕੇ ਗਲਿਆਰੋਂ ਸੇ, ਚੱਪਾ ਚੱਪਾ ਗੂੰਜ ਉਠੇਗਾ ਇਨਕਲਾਬ ਕੇ ਨਾरों ਸੇ, ਚੱਪਾ ਚੱਪਾ ਗੂੰਜ ਉਠੇਗਾ ਜੈ ਭੀਮ ਕੇ ਨਾरों ਸੇ। ਔਰ ਇਹ ਸਾਡੇ ਨਾਅਰੇ ਆ, ਇਹ ਬੁਲੰਦ ਰਹਿਣਗੇ। ਵਿਦਿਆਰਥੀਆਂ ਦੀ ਏਕਤਾ ਆ, ਵਿਦਿਆਰਥੀਆਂ ਦੀ ਇਕਜੁੱਟਤਾ ਆ, ਇਹ ਹਮੇਸ਼ਾ ਬੁਲੰਦ ਰਹੂਗੀ। ਮੌਕੇ 'ਤੇ ਜਦੋਂ ਹਮਲਾ ਹੋਇਆ ਕਿਸੇ ਤਰ੍ਹਾਂ ਦੀ ਵੀਡੀਓ ਵੀ ਬਣਾਈ ਗਈ ਉੱਥੇ? ਦਰਅਸਲ ਇਹੀ ਗੱਲ ਆ ਕਿ ਇੱਕ CCTV ਕੈਮਰੇ ਵਿੱਚ ਤਾਂ ਸਾਰਾ ਕੁਛ ਕੈਦ ਹੋਇਆ ਹੀ ਹੋਇਆ ਆ। ਪਰ ਉਹ ਜਦੋਂ ਮੈਨੂੰ ਕੁੱਟ ਰਹੇ ਸੀਗੇ, ਜਦੋਂ ਮੇਰੇ 'ਤੇ ਹਮਲਾ ਕੀਤਾ ਉਹਨਾਂ ਨੇ, ਔਰ ਉਹਨਾਂ ਨੇ ਵੀਡੀਓ, ਇੱਕ ਬੱਚਾ ਉਹਨਾਂ ਦੇ ਵਿੱਚੋਂ ਬੰਦਾ ਵੀਡੀਓ ਬਣਾ ਰਿਹਾ ਸੀਗਾ, ਜਿਹੜੇ ਟਰਬਨ ਪਾਈ ਹੋਈ ਸੀ, ਪੱਗ ਬੰਨੀ ਹੋਈ ਸੀਗੀ। ਔਰ ਉਹ ਮੇਰੇ ਆਪਣੇ ਹਿਸਾਬ ਦੇ ਨਾਲ ਉਹ ਮੈਨੂੰ ਜਦੋਂ ਮਾਰਨ ਦੀ ਪੂਰੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਜਿਹੜੇ ਇੱਛੁਕ ਸੀਗੇ, ਪਰੰਤੂ
ਜਦੋਂ ਲੜਾਈ ਇੰਨੀ ਗੰਭੀਰਤਾ ਨਾਲ ਵਧੀ ਆ ਤੇ ਵੀਡੀਓ ਵਾਲਾ ਪਰਸਨ ਸਭ ਤੋਂ ਪਹਿਲਾਂ ਨੱਠਣ ਵਿੱਚ ਉਹੀ ਕਾਮਯਾਬ ਹੋਇਆ ਆ, ਔਰ ਹੱਲੇ ਵੀ ਉਹ ਗ੍ਰਿਫਤ ਚੋਂ ਬਾਹਰ ਆ। ਜੇਕਰ ਪੁਲਿਸ ਉਹਨੂੰ ਫੜਦੀ ਆ, ਉਹਦੇ ਕੈਮਰੇ ਦੇ ਵਿੱਚੋਂ ਉਹਦੇ ਵੀਡੀਓ ਜਿਹੜੀ ਆ ਉਹਨੂੰ ਅਵੇਲੇਬਲ ਹੋ ਜਾਂਦੀ ਆ, ਤਾਂ ਮੇਰੇ ਹਿਸਾਬ ਦੇ ਨਾਲ ਸਾਰੀ ਸਿਚੁਏਸ਼ਨ ਕਲੀਅਰ ਹੋ ਜੂਗੀ। ਤੋ ਪੁਲਿਸ ਆਪਣੀ ਜਿਹੜੀ ਇਹ ਜਾਂਚ ਆ ਉਹ ਵਧੀਆ ਤਰੀਕੇ ਨਾਲ ਕਰੇ, ਔਰ ਮੈਨੂੰ ਪੂਰਾ ਭਰੋਸਾ ਵੀ ਆ ਵੀ ਜਿਹੜੇ ਦੋਸ਼ੀ ਆ ਫੜੇ ਜਾਣਗੇ। ਅਗਰ ਦੋਸ਼ੀ ਜਿਹੜੇ ਨਹੀਂ ਫੜੇ ਜਾਂਦੇ ਤਾਂ ਫਿਰ ਜਿਹੜਾ ਆ ਸੰਘਰਸ਼ ਆ ਅਸੀਂ ਉਤਰਾਂਗੇ। ਉਹ ਮੈਂ ਆਪਣੇ ਲਈ ਨਹੀਂ ਉਤਰੂੰਗਾ। ਕੱਲ੍ਹ ਨੂੰ ਇਹ ਹਮਲਾ ਅੱਜ ਮੇਰੇ ਤੇ ਹੋਇਆ ਆ, ਕੱਲ੍ਹ ਨੂੰ ਹੱਕਾਂ ਅਧਿਕਾਰਾਂ ਦੀ ਆਵਾਜ਼ ਉਠਾਉਣ ਵਾਲਾ ਕੋਈ ਵੀ ਕਿਸੇ ਤੇ ਵੀ ਹਮਲਾ ਹੋ ਸਕਦਾ ਹੈ। ਇਹ ਇੱਕ ਸ਼ੁਰੂਆਤ ਹੈ, ਇੰਟੀਮੇਟਮ ਦੇਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਆ ਵੀ ਹਾਂ ਵੀ ਜੇ ਹੱਕ ਅਧਿਕਾਰ ਦੀ ਗੱਲ ਕਰਨੀ ਆ ਤੇ ਉਹਨੂੰ ਬੰਦ ਕਰ ਦਿਓ, ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿਓ। ਪਰ ਸਰਕਾਰਾਂ ਨੂੰ ਵੀ ਇਹ ਦੇਖਣਾ ਚਾਹੀਦਾ ਆ, ਔਰ ਜਿਨ੍ਹਾਂ ਲੋਕਾਂ ਨੇ ਹਮਲੇ ਕੀਤੇ ਆ, ਗੁੰਡਾ ਤੰਤਰ ਜਿਹੜਾ ਇੱਥੇ ਫੈਲਾਉਣ ਦੀ ਕੋਸ਼ਿਸ਼ ਹੈ। ਪੰਜਾਬ ਸਾਡੇ ਗੁਰੂ ਪੀਰਾਂ ਦੀ ਧਰਤੀ ਆ, ਜੇ ਇੱਥੇ ਹੀ ਗੁੰਡਾਗਰਦੀ ਹੋਣ ਲੱਗ ਪਈ, ਇਹ ਕੋਈ ਬਿਹਾਰ ਨੀਗਾ, ਝਾਰਖੰਡ ਨੀਗਾ। ਮੈਂ ਕਹਿੰਦਾ ਇਦੋਂ ਮਾੜੇ ਹਾਲਾਤ ਤਾਂ ਉੱਥੇ ਵੀ ਨਹੀਂ ਹੈਗੇ। ਅਸੀਂ ਉਹਨਾਂ ਨੂੰ ਗੁੰਡਾ ਸਟੇਟ ਕਹਿੰਦੇ ਆ, ਗੁੰਡਾ ਸਟੇਟ ਤਾਂ ਅੱਜ ਪੰਜਾਬ ਬਣ ਚੁੱਕਾ ਆ। ਇਲੈਕਸ਼ਨ ਈਅਰ ਆ, ਤੁਸੀਂ ਵਿਦਿਆਰਥੀਆਂ ਨੂੰ ਐਜੂਕੇਸ਼ਨ ਨਹੀਂ ਦੇ ਪਾ ਰਹੇ, ਤੁਸੀਂ ਸਾਨੂੰ ਹੈਲਥ ਸਿਕਿਉਰਿਟੀ ਨਹੀਂ ਦੇ ਪਾ ਰਹੇ ਹੈਗੇ ਆ। ਮੈਂ ਸਿਵਲ ਹਸਪੀਟਲ ਰਿਹਾ 7 ਦਿਨ, ਦੇਖਿਆ ਇੰਨੇ ਮੰਦੇ ਹਾਲਾਤ ਉੱਥੇ, ਬਹੁਤ ਮੰਦੇ ਹਾਲਾਤ ਆ। ਔਰ ਤੁਸੀਂ ਸਾਨੂੰ ਹੈਲਥ ਨਹੀਂ ਦੇ ਪਾ ਰਹੇ ਹੈਗੇ, ਰੁਜ਼ਗਾਰ ਨਹੀਂ ਦੇ ਪਾ ਰਹੇ ਹੈਗੇ। ਜੇਕਰ ਕਿਸਾਨੀ ਅੰਦੋਲਨ ਦੀ ਆੜ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਜਿਹੜਾ ਦਬਾ ਰਿਹਾ ਮੋਦੀ ਸਰਕਾਰ, ਜੇ ਉਹ ਗਲਤ ਆ, ਅਸੀਂ ਗਲਤ ਕਹਿੰਦੇ ਉਹਨਾਂ ਨੂੰ, ਤੇ ਜੇ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹ ਵੀ ਕੋਈ ਦੁੱਧ ਦੀ ਧੋਤੀ ਹੋਈ ਨਹੀਂਗੀ। ਜੇ ਮੋਦੀ ਸਾਹਿਬ ਨੂੰ ਅਸੀਂ ਸਬਕ ਸਿਖਾਵਾਂਗੇ ਉਹਨਾਂ ਦੀਆਂ ਚੋਣਾਂ ਦੇ ਵਿੱਚ, ਤੇ ਕੈਪਟਨ ਸਾਹਿਬ ਵੀ ਤਿਆਰ ਰਹਿਣ ਵਿਦਿਆਰਥੀਆਂ ਦਾ ਵਿਰੋਧ ਦਾ ਸਾਹਮਣਾ ਕਰਨ ਦੇ ਲਈ। 70% ਯੂਥ ਹੈ ਇਸ ਦੇਸ਼ ਦੇ ਵਿੱਚ, ਇਸ ਪੰਜਾਬ ਦੇ ਵਿੱਚ ਖਾਸ ਤੌਰ ਤੇ 70% ਨੂੰ ਇਗਨੋਰ ਕਰਕੇ ਪੰਜਾਬ ਸਰਕਾਰ ਕੀ ਸੋਚਦੀ ਵੀ ਸਰਕਾਰ ਬਣਾ ਲੂਗੀ। ਇੱਦਾਂ ਨਹੀਂ ਹੋਊਗਾ। ਇਹ ਵਿਦਿਆਰਥੀਆਂ ਦਾ ਰੋਸ ਆ, ਰੋਸ ਜਿਹੜਾ ਆ ਉਹਨਾਂ ਨੂੰ ਕਿਸੇ ਨਾ ਕਿਸੇ ਸਮੇਂ ਦੇ ਉੱਤੇ ਜ਼ਰੂਰ ਭੋਗਣਾ ਪਊਗਾ। ਪੁਲਿਸ ਨੇ ਕਿਹੜੀ ਧਾਰਾ ਲਗਾਈ ਹੈ ਹਮਲਾਕਾਰੀਆਂ ਤੇ ਤੁਸੀਂ ਪੁਲਿਸ ਦੀ ਕਾਰਵਾਈ ਤੋਂ ਸੈਟੀਸਫਾਈ ਹੋ? ਦਰਅਸਲ ਜੇਕਰ ਗੱਲ ਕਰੀਏ ਵੀ ਪੁਲਿਸ ਨੇ ਧਾਰਾ ਜਿਹੜੀ ਲਗਾਈ ਆ 307 ਲਾਈ ਆ ਅਟੈਂਪਟ ਟੂ ਮਰਡਰ ਦੀ, ਤੇ ਦੂਜੀ ਜਿਹੜੀ ਧਾਰਾ ਆ ਹਾਲੇ ਉਹਨਾਂ ਨੇ 323 ਲਗਾਈ ਆ, SC ST ਐਕਟ ਲਗਾਇਆ ਆ, ਔਰ 323 ਦੇ ਨਾਲ ਇਹ ਵਾਧਾ ਕਰਕੇ 325 ਬਣਨੀ ਚਾਹੀਦੀ, ਕਿਉਂਕਿ ਮੇਰਾ ਗੁੱਟ ਜਿਹੜਾ ਫ੍ਰੈਕਚਰ ਆ ਪੂਰੀ ਤਰ੍ਹਾਂ ਹੋਇਆ ਆ। ਔਰ ਪੁਲਿਸ ਦੀ ਕਾਰਵਾਈ ਤੋਂ ਜੇ ਮੈਂ ਸੰਤੁਸ਼ਟੀ ਦੀ ਗੱਲ ਕਰਾਂ ਤਾਂ ਮੇਰੀ ਇੰਨੀ ਸੰਤੁਸ਼ਟੀ ਹੈ ਨਹੀਂ, ਕਿਉਂਕਿ ਹਲੇ ਤੱਕ ਜਿਹੜੇ ਆ ਮੇਨ ਦੋਸ਼ੀ ਆ ਉਹ ਫਰਾਰ ਆ। ਗੱਲ ਇਹ ਨਹੀਂ ਕਿ ਵੀ ਤੁਸੀਂ ਮੰਨ ਲਓ 20 ਜਾਂ 25 ਜਣੇ ਫੜ ਵੀ ਲਓਗੇ, ਸਾਰੇ ਦੇ ਸਾਰੇ ਹਮਲਾਕਾਰੀ ਆਪਾਂ ਫੜ ਵੀ ਲਵਾਂਗੇ, ਤਾਂ ਫਿਰ ਵੀ ਇਹਦੇ ਪਿੱਛੇ ਦਾ ਜਿਹੜਾ ਸੰਦਰਭ ਆ, ਪਿੱਛੇ ਹਮਲਾ ਹੋਇਆ ਕਿਉਂ ਆ, ਆਪਾਂ ਉਹਦਾ ਕਾਰਨ ਉਹਦੀ ਜੜ ਨੂੰ ਫੜਨਾ ਆ, ਤਾਂ ਕਿ ਗਾਂ ਕਿਸੇ ਤੇ ਹੋਵੇ ਨਾ। ਮੈਂ ਦੇਖ ਰਿਹਾ ਆਏ ਦਿਨ ਜਿਹੜੇ ਜਿੰਨੇ ਵੀ ਐਕਟਿਵਿਸਟ ਆ ਉਹਨਾਂ ਦੇ ਉੱਤੇ ਹਮਲਾ ਹੋ ਰਿਹਾ ਆ, ਕਦੇ ਨਵਦੀਪ ਕੌਰ ਨੂੰ ਹੋ ਜਾਵੇ, ਕੱਲ੍ਹ ਵੀ ਸਾਡੇ ਸਾਥੀ ਹੋਰ ਵੀ ਚੱਕੇ ਆ। ਜੇ ਇੱਦਾਂ ਹੀ ਐਕਟਿਵਿਸਟਾਂ ਦੇ ਉੱਤੇ ਹਮਲਾ ਹੋਣ ਲੱਗ ਪਿਆ, ਪੱਤਰਕਾਰਤਾ ਦੇ ਉੱਤੇ ਹਮਲਾ ਹੋ ਰਿਹਾ, ਪੱਤਰਕਾਰਾਂ ਦੇ ਉੱਤੇ ਜੋ ਸੱਚ ਬੋਲ ਰਹੇ ਉਹਨਾਂ 'ਤੇ ਹਮਲੇ ਹੋ ਰਹੇ ਆ, ਜੇ ਇੱਦਾਂ ਹੀ ਹਮਲੇ ਹੋਣੇ ਆ, ਤੁਸੀਂ ਸੱਚ ਦੀ ਆਵਾਜ਼ ਨੂੰ ਇੱਦਾਂ ਹੀ ਦਬਾਇਆ ਜਾਣਾ ਆ, ਇਹ ਬੜੀ ਗੰਭੀਰਤਾ ਨਾਲ ਲਊਗਾ ਦੇਸ਼ ਫਿਰ। ਇਸ ਕਰਕੇ ਪੁਲਿਸ ਦੀ ਕਾਰਵਾਈ ਤੋਂ ਹਾਲੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂਗਾ। ਉਹਨਾਂ ਨੇ 3 ਬੰਦੇ ਗ੍ਰਿਫਤਾਰ ਕੀਤੇ ਆ, ਉਹਨਾਂ ਨੇ ਰਿਮਾਂਡ ਵੀ ਲਈ ਆ, ਪਰੰਤੂ ਫਿਰ ਵੀ ਮੈਨੂੰ ਸਮਝ ਨਹੀਂ ਆ ਰਿਹਾ ਵੀ ਉਹ ਪੂਰੇ ਬੰਦੇ ਸਾਹਮਣੇ ਕਿਉਂ ਨਹੀਂ ਆ ਰਹੇ, ਇਹਨਾਂ ਦਾ ਪਿੱਛੇ ਦਾ ਸੱਚ ਕਿਉਂ ਨਹੀਂ ਸਾਹਮਣੇ ਆ ਰਿਹਾ। ਵਿੱਚ ਜ਼ਰੂਰ ਕੁਛ ਨਾ ਕੁਛ ਤਾਂ ਜਿਹੜਾ ਹੈ ਜਿਹੜਾ ਲੁਕੋਇਆ ਜਾ ਰਿਹਾ ਆ। ਇਹ ਚੀਜ਼ਾਂ ਲੁਕਣਗੀਆਂ ਨਹੀਂ, ਸਾਹਮਣੇ ਜ਼ਰੂਰ ਆਉਣਗੀਆਂ। ਸਰਕਾਰ ਨੂੰ ਮੇਰੀ ਬੇਨਤੀ ਆ ਵੀ ਉਹ SIT ਦਾ ਗਠਨ ਕਰੇ, ਇੱਕ ਨਿਊਟਰਲ ਜਿਹੜੀ ਆ SIT ਦੀ ਜਿਹੜੀ ਟੀਮ ਆ ਉਹ ਇਹਦੀ ਜਾਂਚ ਕਰੇ, ਇਹਦਾ ਸੰਦਰਭ ਜਾਣੇ ਕੀ ਹੈ ਤੇ ਕਿੱਦਾਂ ਇਹ ਹੋਇਆ, ਤਾਂ ਕਿ ਹੋਰ ਜਿਹੜਾ ਆ ਅੱਗੇ ਗਾਂ ਜਿਹੜਾ ਕੰਮ ਕਰਨ ਵਾਲੇ ਲੋਕ ਆ ਉਹਨਾਂ ਨੂੰ ਸੇਫਟੀ ਮਹਿਸੂਸ ਹੋਵੇ, ਉਹਨਾਂ ਦੇ ਉੱਤੇ ਜਿਹੜਾ ਕੋਈ ਖਤਰਾ ਨਾ ਮਹਿਸੂਸ ਹੋਵੇ ਉਹਨਾਂ ਨੂੰ। ਸਿਵਲ ਹਸਪਤਾਲ ਤੋਂ ਤੁਸੀਂ ਹੁਣੇ ਛੁੱਟੀ ਲੈ ਕੇ ਆਓ, ਕੋਈ ਉਹਨਾਂ ਨੇ ਤੁਹਾਨੂੰ ਰਿਟਨ ਪ੍ਰੂਫ ਵੀ ਦਿੱਤਾ? ਦਰਅਸਲ ਮੈਂ ਇਹੀ ਗੱਲ ਕਰਨ ਲੱਗਾ ਸੀਗਾ ਕਿ ਉਹਨਾਂ ਨੇ ਮੈਨੂੰ ਮੇਰੀ ਦੇਖੋ ਐਕਸਰੇ ਰਿਪੋਰਟਾਂ ਵੀ ਨਹੀਂ ਦਿੱਤੀਆਂ, ਮੈਨੂੰ ਮੇਰੀ MLC ਦੀ ਜਿਹੜੀ ਕਾਪੀ ਵੀ ਨਹੀਂ ਦਿੱਤੀ ਹੈਗੀ, ਠੀਕ ਹੈ ਜੀ, MLR ਵੀ ਨਹੀਂ ਦਿੱਤੀ ਹੈਗੀ, ਕੋਈ ਵੀ ਇੱਕ ਵੀ ਚੀਜ਼ ਉਹਨਾਂ ਨੇ ਮੈਨੂੰ ਬਾਏ ਪ੍ਰੂਫ ਨਹੀਂ ਦਿੱਤੀ। ਸਿਰਫ ਇੱਕ 10 ਰੁਪਏ ਸਾਤੋਂ ਪਰਚੀ ਬਣਾਈ, ਉਹ 'ਤੇ ਲਿਖ ਦਿੱਤਾ ਡਿਸਚਾਰਜ, ਵੀ ਹਾਂ ਵੀ ਇੰਨੀ ਤਰੀਕ ਆਈ ਸੀ ਇੰਨੀ ਤਰੀਕ ਨੂੰ ਚੱਲ ਗਏ, ਉਹ ਚੀਜ਼ਾਂ ਲਿਖਦੀਆਂ, ਬਾਕੀ ਸਾਡਾ ਕੋਈ ਪ੍ਰੂਫ ਨਹੀਂ ਦਿੱਤਾ। ਅਸੀਂ ਪੇਮੈਂਟ ਕਰਕੇ ਆਏ ਹਾਂ, ਸਭ ਕੁਛ ਕਰਕੇ ਆਏ ਹਾਂ, ਕੋਈ ਫ੍ਰੀ ਇਲਾਜ ਨਹੀਂ ਕਰਾਇਆ, ਸਭ ਕੁਛ ਕੀਤਾ। ਐਕਸਰਿਆਂ ਦੇ ਸਾਤੋਂ ਪੈਸੇ ਲਏ, CT ਸਕੈਨ ਮੇਰੀ ਕੀਤੀ ਆ, ਜਦ ਕਿ ਮੇਰੇ ਨਾ ਬੈਠੇ ਦੇਖੋ ਹੁਣ ਵੀ ਪੇਨ ਬਹੁਤ ਹੋ ਰਿਹਾ, ਸਭ ਕੁਛ ਕੀਤਾ, ਉਹਦੇ ਬਾਵਜੂਦ ਵੀ ਸਾਨੂੰ ਕੋਈ ਪ੍ਰੂਫ ਨਹੀਂ ਦੇ ਰਹੇ ਹੈਗੇ। ਇਹ ਮਤਲਬ ਕਿਤੇ ਨਾ ਕਿਤੇ ਕੁਛ ਨਾ ਕੁਛ ਜਿਹੜਾ ਆ ਮੈਨੂੰ ਖਦਸ਼ਾ ਹੈਗਾ ਆ ਵੀ ਇਹਦੇ ਵਿੱਚ ਵੀ ਘਪਲੇਬਾਜ਼ੀ ਹੋ ਸਕਦੀ ਆ। ਸੋ ਇਸ ਕਰਕੇ ਇਹਦੇ ਵਿੱਚ ਜਿਹੜੀ ਜਾਂਚ ਦਾ ਵਿਸ਼ਾ ਆ, ਤਾਂ ਉਮੀਦ ਆ ਜਾਂਚ ਵਧੀਆ ਤਰੀਕੇ ਨਾਲ ਹੋਊਗੀ, ਨਹੀਂ ਹੋਊਗੀ ਤਾਂ ਫਿਰ ਅਸੀਂ ਜਿਹੜਾ ਆ ਵਿਦਿਆਰਥੀ ਵਰਗੇ ਨੂੰ ਸਹਿਣ ਨਹੀਂ ਕਰੂਗਾ। ਅੱਜ ਮੇਰੇ 'ਤੇ ਹਮਲਾ ਹੋਇਆ, ਕੱਲ੍ਹ ਨੂੰ ਕਿਸੇ ਹੋਰ ਵਿਦਿਆਰਥੀ 'ਤੇ ਹੋ ਸਕਦਾ, ਪਰਸੋਂ ਨੂੰ ਕਿਸੇ ਐਕਟਿਵਿਸਟ 'ਤੇ ਹੋ ਸਕਦਾ ਆ। ਇਹ ਜਲੰਧਰ ਆ, ਕੋਈ ਇਹ ਯੂਪੀ ਬਿਹਾਰ ਦਾ ਕੋਈ ਹੋਰ ਜ਼ਿਲ੍ਹਾ ਤਾਂ ਹੈ ਨਹੀਂ ਗਾ, ਠੀਕ ਹੈ। ਇਸ ਕਰਕੇ ਅਸੀਂ ਇਹਦੀ ਜਾਂਚ ਦੀ ਮੰਗ ਕਰਦੇ ਹਾਂ, ਔਰ ਉੱਚ ਸਤਰੀ ਜਾਂਚ ਦੀ ਮੰਗ ਕਰਦੇ ਹਾਂ। ਜੇ ਨਹੀਂ ਹੁੰਦੀ ਤਾਂ ਫਿਰ ਜਿਹੜਾ ਸੰਘਰਸ਼ ਆ ਸਾਡਾ ਤਿੱਖਾ ਹੋਊਗਾ। ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਮੈਂਟ ਕਰਕੇ ਆਪਣੀ ਰਾਏ ਦੇ ਸਕਦੇ ਹੋ। ਕੈਮਰਾਮੈਨ ਵਿਜੇ ਦੇ ਨਾਲ ਜਗਦੀਪ ਸਿੰਘ, ਜਲੰਧਰ ਬੁਲਟਨ।